ठीक है। ਇੱਥੇ ਹੁਣ ਦੱਸੋ ਵੀ ਕਿਹੜੀ ਚੀਜ਼ ਦੀ ਘਾਟ ਹੈ ਤੇ ਕੀ ਹੋਣਾ ਚਾਹੀਦਾ ਅੱਗੇ ਆ ਜਾਓ। ਪਹਿਲੇ ਨੰਬਰ ਤੇ ਸ਼ੈਡ ਮਾਸ਼ਾਅੱਲਾ ਸੋਹਣਾ ਹੈ ਤੇ ਅਸੀਂ ਤੁਹਾਡੇ ਵਾਸਤੇ ਸਪੈਸ਼ਲ ਨਸਰ ਬਈ ਦੁਆ ਗੋ ਆ ਕਿ ਅੱਲਾਹ ਤਾਲਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਦੇਵੇ ਇਸ ਕੰਮ 'ਚ। ਗਾਵਾਂ ਵਾਸਤੇ ਨਾ ਹਵਾ ਦੀ ਵੈਂਟੀਲੇਸ਼ਨ ਹੋਣਾ ਬੜਾ ਜ਼ਰੂਰੀ ਹੈ। ਵੈਂਟੀਲੇਸ਼ਨ ਕਿਸੇ ਵੀ ਜਗ੍ਹਾ ਤੇ ਬਹੁਤ ਜ਼ਰੂਰੀ ਹੈ। ਇੱਕ ਤੇ ਸ਼ੈਡ ਜਿਹੜਾ ਤੁਹਾਡਾ ਬਣਿਆ ਨਾ ਸਿੰਪਲ ਬਰਾਮਦਾ ਹੈ, ਇਹਦੇ 'ਚ ਵੈਂਟੀਲੇਸ਼ਨ ਵਾਲਾ ਸਿਸਟਮ ਨਹੀਂ ਹੈ। ਜਿੰਨੀਆਂ ਵੀ ਗੈਸਾਂ ਇਕੱਠੀਆਂ ਹੁੰਦੀਆਂ ਨੇ ਨਾ, ਗੈਸਾਂ ਇਕੱਠੀਆਂ ਹੁੰਦੀਆਂ ਨੇ ਛੱਤ ਦੇ ਨਾਲ ਜਾ ਕੇ। ਇੱਕ ਤੇ ਛੱਤ ਦੇ ਕੋਲੋਂ ਜਿਸ ਤਰ੍ਹਾਂ ਤੁਹਾਡਾ ਉਹ ਬਰਾਮਦਾ ਬਣਿਆ ਹੋਇਆ ਨਾ, ਉਹਦੇ ਉੱਤੇ ਤੁਸੀਂ ਦੇਖੋ ਉੱਤੇ ਸੁਰਾਖ ਹੈ, ਇਹਦੇ 'ਚ ਸੁਰਾਖ ਉੱਤੇ ਕਢਵਾਓ, ਦੀਵਾਰ ਦੇ ਵਿੱਚ ਸੁਰਾਖ ਕਢਾਓ ਤਾਂ ਕਿ ਹਵਾ ਦੀ ਕ੍ਰਾਸਿੰਗ ਠੀਕ ਹੋਵੇ। ਜਦੋਂ ਕ੍ਰਾਸ ਠੀਕ ਹੋਏਗਾ ਉਹਦੇ 'ਚ ਵੀ ਕਢਾ ਦਈਏ ਤੇ ਇੱਥੇ ਵੀ ਕਢਾ ਹਾਂਜੀ, ਇੱਥੇ ਕ੍ਰਾਸ ਹਵਾ ਕ੍ਰਾਸ ਹੋਵੇ। ਜਦੋਂ ਹਵਾ ਕ੍ਰਾਸ ਹੋਏਗੀ ਨਾ ਤੇ ਜਾਨਵਰ ਜਿਹੜਾ ਨਾ ਤੁਹਾਡਾ ਗਰਮੀ ਤੋਂ ਬਚਿਆ ਰਹੇਗਾ। ਗਰਮੀਆਂ ਦੇ ਵਿੱਚ ਆ ਕੇ ਜਾਨਵਰਾਂ 'ਚ ਸਭ ਨਾਲ ਬੜਾ ਮਸਲਾ ਹੀਟ ਸਟ੍ਰੋਕ ਦਾ ਬਣਦਾ ਹੈ ਜਾਂ ਹੀਟ ਸਟ੍ਰੈਸ ਦਾ ਬਣਦਾ ਹੈ। ਹੀਟ ਸਟ੍ਰੈਸ ਉਹ ਬਿਮਾਰੀ ਹੈ ਜਿਹੜੀ ਜਾਨਵਰ ਦੀਆਂ ਸਾਰੀਆਂ ਬਿਮਾਰੀਆਂ ਨਾਲੋਂ ਜ਼ਿਆਦਾ ਖਤਰਨਾਕ ਹੈ। ਇਹ ਉਹ ਬਿਮਾਰੀ ਹੈ ਜਿਹੜੀ ਨਸਲ ਦਰ ਨਸਲ ਅੱਗੇ ਚੱਲਦੀ ਜਾਨਵਰਾਂ 'ਚ। ਅਗਰ ਇਹ ਤੁਹਾਡੇ ਕੋਲ ਫਾਰਮ ਤੇ 8000 ਲੀਟਰ ਦੁੱਧ ਸੂਏ 'ਚ ਦੇ ਰਹੀ ਹੈ ਨਾ, ਇਹਦਾ ਜਿਹੜਾ ਬੱਚਾ ਆਏਗਾ ਨਾ ਉਹ ਅਗਰ ਤੁਹਾਡੇ ਕੋਲ 12000 ਲੀਟਰ ਦੁੱਧ ਦੇਣ ਵਾਲਾ ਹੋਇਆ ਨਾ ਤੇ ਇਹਦੇ ਅੰਦਰ ਅਗਰ ਹੀਟ ਸਟ੍ਰੈਸ ਦੀ ਬਿਮਾਰੀ ਹੋਈ ਤੇ ਇਹਦਾ ਬੱਚਾ ਜਿਹੜਾ ਨਾ ਆਉਣ ਵਾਲੇ ਵਕਤ ਦੇ ਵਿੱਚ ਇਹਦੇ ਨਾਲੋਂ ਵੀ ਘੱਟ ਦੁੱਧ ਪੈਦਾ ਕਰੇਗਾ, ਭਾਵੇਂ ਤੁਹਾਡਾ ਜਿੰਨਾ ਮਰਜ਼ੀ ਅੱਛਾ ਹੋਇਆ। ਗਰਮੀ ਤੋਂ ਬਚਾਉਣਾ ਹੈ। ਦੂਸਰੇ ਨੰਬਰ ਤੇ ਇਸ ਸ਼ੈਡ ਦੀ ਥੋੜੀ ਜੀ ਹਾਈਟ ਨੀਵੀਂ ਹੈ। ਚਲੋ ਹਜੇ ਸਾਡੇ ਕੋਲ ਕ੍ਰਾਸ ਬਰੀਡ ਹੈ, ਮੈਨੇਜ ਹੋ ਸਕਦਾ ਹੈ ਅਗਰ ਹਵਾ ਦੀ ਕ੍ਰਾਸਿੰਗ ਅੱਛੀ ਹੋਵੇ। ਦੂਸਰਾ ਅੰਦਰ ਕੋਸ਼ਿਸ਼ ਕਰੋ ਅਗਰ ਮੈਨੇਜ ਹੋ ਜਾਏ ਤੇ ਸ਼ਾਵਰ ਲਾਜ਼ਮੀ ਲਾਓ ਤਾਂ ਕਿ ਜਾਨਵਰ ਜਿਹੜਾ ਨਾ ਸ਼ਾਵਰ ਤੋਂ ਵੀ ਆਪਣਾ ਸਕੂਨ ਲਵੇ। ਇੱਕ ਸਾਈਡ ਦੀ ਦੀਵਾਰ ਖਾਲੀ ਕਰਕੇ ਉੱਥੇ ਲਾਓ ਪੱਖਾ, ਅੰਦਰ ਸ਼ਾਵਰ ਲਾਓ, ਹਵਾ ਦੀ ਕ੍ਰਾਸਿੰਗ ਕਰੋ, ਤੁਹਾਡੇ ਕੋਲ ਇੱਥੇ ਜਿਹੜਾ ਨਾ ਅੱਛੀ ਗਾਂ ਜਿਹੜੀ ਉਹ ਮੈਨੇਜ ਹੋ ਜਾਏਗੀ, ਗੁਜ਼ਾਰਾ ਹੋ ਸਕਦਾ, ਬਹੁਤ ਬਿਹਤਰੀਨ ਗੁਜ਼ਾਰਾ ਹੋ ਜਾਏਗਾ। ਮੈਂ ਇਹਦੀ ਨਾ ਪਾਣੀ ਵਾਲੀ ਖੁਰਲੀ ਵਗੈਰਾ ਇੱਥੇ ਬਣਾਉਂਦੀ। ਪਹਿਲੋਂ ਮੈਂ ਬਣਾਇਆ ਸੀ ਵੀ ਇਹਨੂੰ ਬੰਨਣ ਵਾਲਾ, ਫਿਰ ਮੈਨੂੰ ਤੁਸੀਂ ਕਿਹਾ ਵੀ ਇਹ ਵਾੜਾ ਬਣਾ ਦਿਓ। ਹਾਂਜੀ, ਸੋ ਇਹ ਵਾੜੇ ਟਾਈਪ ਅਸੀਂ ਮੈਂ ਬਣਾਤਾ ਵੀ ਇਹ 10-12 1 ਲੀਟਰ ਦੁੱਧ ਪੈਦਾ ਕਰਨ ਵਾਸਤੇ ਜਾਨਵਰ ਨੂੰ 5 ਲੀਟਰ ਪਾਣੀ ਦੀ ਜ਼ਰੂਰਤ ਹੈ। 24 ਘੰਟੇ 'ਚ ਜਿਹੜਾ ਜਾਨਵਰ 10 ਲੀਟਰ ਦੁੱਧ ਪੈਦਾ ਕਰ ਰਿਹਾ ਉਹਨੂੰ 50 ਲੀਟਰ ਪਾਣੀ ਸਿਰਫ ਦੁੱਧ ਵਾਸਤੇ ਚਾਹੀਦਾ ਹੈ। ਖੋਲ ਕੇ ਤੁਸੀਂ ਜਾਨਵਰ ਨੂੰ ਪਾਣੀ 4 ਟਾਈਮ ਵੀ ਪਿਲਾ ਲਓ ਨਾ ਤੇ ਜਾਨਵਰ ਇੱਕ ਸਿਪ ਦੇ ਵਿੱਚ 4 ਲੀਟਰ ਪਾਣੀ ਖੜਦਾ ਹੈ ਤੇ ਜਾਨਵਰ 3 ਸਿਪ ਲੈਂਦਾ, 12 ਲੀਟਰ ਲੈ ਗਿਆ। 4 ਦਫਾ ਤੁਸੀਂ ਪਿਲਾ ਲਿਆ, ਜਾਨਵਰ ਨੇ 48 ਲੀਟਰ ਦੁੱਧ 48 ਲੀਟਰ ਪਾਣੀ ਪੀ ਲਿਆ। ਹੁਣ ਉਸ 48 ਲੀਟਰ ਪਾਣੀ ਦੇ ਨਾਲ ਜਾਨਵਰ ਦੀ ਸਿਰਫ ਦੁੱਧ ਦੀ ਨੀਡ ਪੂਰੀ ਹੋਈ ਹੈ, ਉਹਦੀ ਜਿਹੜੀ ਬਾਕੀ ਬਾਡੀ ਦੀ ਨੀਡ ਆ ਪੂਰੀ ਨਹੀਂ ਹੋ ਸਕਦੀ। ਫਿਰ ਸਮ ਟਾਈਮ ਇਸ ਤਰ੍ਹਾਂ ਹੁੰਦਾ ਹੈ ਕਿ ਤੁਸੀਂ ਖੁੱਲਾ ਪੱਠਾ ਰੱਖਿਆ, ਜਾਨਵਰ ਨੇ ਇੱਥੋਂ ਪੇਟ ਭਰ ਚਾਰਾ ਖਾ ਲਿਆ, ਜਾਨਵਰ ਦੇ ਪੇਟ ਦੇ ਵਿੱਚ ਜਗ੍ਹਾ ਹੀ ਨਹੀਂ ਹੈ ਤੇ ਤੁਸੀਂ ਖੋਲ ਕੇ ਪਾਣੀ ਵਾਲੀ ਖੁਰਲੀ ਤੇ ਖੜਦੇ ਹੋ, ਨਾ ਉੱਥੇ ਪੀਂਦਾ ਪਾਣੀ ਨਾ ਪਿੱਛੇ ਹਟਦਾ, ਉਹਦੇ ਚ ਕੋਈ ਜਗ੍ਹਾ ਨਹੀਂ ਹੈ। 1 ਘੰਟੇ ਤੋਂ ਬਾਅਦ ਜਗ੍ਹਾ ਬਣ ਜਾਂਦੀ ਹੈ ਤੇ ਉਹਦੀ ਦੁਬਾਰਾ ਵਾਰੀ ਕਿਦੋਂ ਆਣੀ ਹੈ, ਜਦੋਂ 12-13 ਘੰਟੇ ਗੁਜ਼ਰ ਜਾਣੇ ਨੇ। ਸਾਦੀ ਜੀ ਗੱਲ ਹੈ ਕਿ ਤੁਸੀਂ ਜਾਨਵਰ ਨੂੰ ਪਾਣੀ ਦਾ ਰੋਜ਼ਾ ਰਖਵਾਉਂਦੇ ਹੋ 12 ਤੋਂ 14 ਘੰਟੇ ਦਾ। ਅਗਰ ਜਾਨਵਰ ਬੰਨਿਆ ਤੇ ਖੁੱਲੇ ਜਾਨਵਰ ਦਾ ਇਹ ਫਾਇਦਾ ਹੈ ਜਦੋਂ ਉਹਦਾ ਦਿਲ ਹੋਵੇ ਉਦੋਂ ਪੀ ਲਓ, ਪਾਣੀ ਵਾਲੀ ਹੋਦੀ ਤੇ ਆਓ। ਅੱਛਾ, ਪਾਣੀ ਵਾਲੀ ਹੌਦੀ ਤੇ ਜਾਣਦੇ ਮੈਨੂੰ ਇਹ ਦੱਸਿਓ ਵੀ ਜਿਹੜਾ ਦੂਸਰਾ ਕੀ ਕਹਿੰਦੇ ਆ ਜਿਹੜਾ ਪੂਲ ਮੈਂ ਪਹਿਲਾਂ ਪੱਕਾ ਬਣਾਉਣ ਲੱਗਾ, ਹੁਣ ਮੈਨੂੰ ਦੋਸਤਾਂ ਨੇ ਮਸ਼ਵਰਾ ਦਿੱਤਾ ਵੀ ਕੱਚਾ ਬਣਾਓ। ਕੱਚਾ ਇਫੈਕਟਿਵ ਹੈ ਜਾਂ ਪੱਕਾ ਇਫੈਕਟਿਵ? ਪੱਕੇ ਦਾ ਨੁਕਸਾਨ ਹੈ ਕਿ ਮੱਝ ਪਾਣੀ ਦੇ ਵਿੱਚ ਜਿੰਨੀ ਦੇਰ ਤੱਕ ਲਟੀਆਂ ਨਾ ਮਾਰੇ, ਮੱਝ ਪਲਟੇ ਨਾ ਮਾਰੇ, ਮੱਝ ਸਕੂਨ ਚ ਨਹੀਂ ਰਹਿੰਦੀ। ਮੱਝ ਦਾ ਸਕੂਨ ਹੈ ਕੱਚੀ ਜਗ੍ਹਾ ਦੇ ਉੱਤੇ। ਅਗਰ ਤੁਸੀਂ ਪੱਕਾ ਬਣਾਉਂਦੇ ਹੋ ਤੇ ਮੱਝ ਨਹਾਉਂਦੀ ਨਹੀਂ ਸਕੂਨ ਦੇ ਨਾਲ। ਪੱਕਾ ਤਲਾ ਨਹੀਂ ਬਣਾਉਣਾ ਚਾਹੀਦਾ, ਪੱਕੇ ਤਲਾ ਦਾ ਜਾਨਵਰ ਨੂੰ ਨੁਕਸਾਨ ਹੁੰਦਾ। ਤੇ ਨੁਕਸਾਨ ਕੀ ਹੈ, ਪਹਿਲੇ ਜਿਸਮ ਛਿਲਿਆ ਜਾਂਦਾ ਜਾਨਵਰ ਦਾ। ਤੁਸੀਂ ਇੱਕ ਚੀਜ਼ ਗੌਰ ਕਰਿਆ ਜੇ, ਫਾਰਮ ਜਿਹੜੇ ਹੁੰਦੇ ਨੇ ਨਾ ਸਾਡੇ, ਹੁਣ ਸੀਮੈਂਟਡ ਫਾਰਮ ਨੇ ਸਾਰੇ, ਹਰ ਜਗ੍ਹਾ ਤੇ ਇੱਟਾਂ ਲੱਗੀਆਂ ਨੇ, ਪਲਸਤਰ ਹੋਇਆ, ਜਾਨਵਰ ਉਹਦੇ ਨਾਲ ਆਪਣਾ ਜਿਸਮ ਨਹੀਂ ਖੁਰਕਦਾ। ਅਕਸਰ ਤੁਸੀਂ ਪਿਛਲੇ ਵਕਤ ਦੇ ਵਿੱਚ ਚਲੇ ਜਾਓ ਨਾ, ਜਿਹੜੇ ਪਿੰਡਾਂ 'ਚ ਸਾਡੇ ਬਜ਼ੁਰਗ ਸਨ ਨਾ, ਉਹਨਾਂ ਨੇ ਦਰਖਤ ਕੋਈ ਨਾ ਕੋਈ ਲਾਏ ਹੁੰਦੇ ਸੀ, ਜਾਂ ਦਰਖਤ ਨਹੀਂ ਉਹਨਾਂ ਨੇ ਕਮੂਨੀਆਂ ਸ਼ੁਨੀਆਂ ਲਾਈਆਂ ਹੁੰਦੀਆਂ ਸੀ, ਜਿੱਥੇ ਜਾ ਕੇ ਜਾਨਵਰ ਆਪਣਾ ਕੰਨ ਖੁਰਕਦਾ ਸੀ, ਅੱਖ ਖੁਰਕਦਾ ਸੀਗਾ, ਠੋਡੀ ਖੁਰਕਦਾ ਸੀਗਾ, ਇਹ ਜਗ੍ਹਾ ਖੁਰਕਦਾ ਸੀ। ਜਾਨਵਰ ਨੂੰ ਖੁਸ਼ੀ ਹੁੰਦੀ ਸੀ ਇਸ ਚੀਜ਼ ਤੋਂ, ਜਾਨਵਰ ਸਿਹਤਮੰਦ ਹੁੰਦਾ ਸੀਗਾ। ਜਾਨਵਰ ਆਪਣੀ ਖਾਰਸ਼ ਦੀਵਾਰ ਦੇ ਨਾਲ ਨਹੀਂ ਕਰਦਾ, ਉਹਨੂੰ ਪਤਾ ਹੈ ਕਿ ਮੇਰੇ ਜਿਸਮ ਤੇ ਜ਼ਖਮ ਹੋਣੇ ਨੇ ਤੇ ਤਕਲੀਫ ਹੋਣੀ। ਇਹੀ ਤਰੀਕਾਕਾਰ ਆ, ਕੱਚਾ ਤਲਾਅ ਹੋਏਗਾ ਨਾ, ਕੱਚੇ 'ਚ ਇਹ ਫਾਇਦਾ ਹੋਏਗਾ ਕਿ ਜਾਨਵਰ ਆਪਣੀ ਮਰਜ਼ੀ ਦੇ ਨਾਲ ਜਦੋਂ ਲਿਟੀਆਂ ਕਰੇਗਾ ਨਾ ਫਿਰ ਜਾਨਵਰ ਖੁਸ਼ ਰਹੇਗਾ। ਪੱਕੇ ਤਲਾਅ ਦੇ ਉੱਤੇ 70 ਜਾਨਵਰਾਂ ਵਾਸਤੇ ਕਿੰਨਾ ਤਲਾਅ ਜਿਹੜਾ ਸਹੀ ਹੈ? 4 ਮਰਲੇ ਜਗ੍ਹਾ ਹੋਵੇ ਨਾ ਤੁਹਾਡੇ ਕੋਲ, 70 ਜਾਨਵਰ ਤੁਹਾਡੇ ਸੌਖੇ ਬਹਿ ਜਾਂਦੇ ਨੇ। ਨਹੀਂ, ਮੈਂ ਸੋਚਣਾ ਵੀ 9-10 ਮਰਲੇ ਬਣਾਉਣਾ, ਬਟ 10 ਮਰਲੇ ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਜਾਨਵਰ ਪਾ ਲਓ, 10 ਮਰਲੇ ਢੇਰ ਸਾਰਾ ਬਣਦਾ। ਪਾਣੀ ਵਾਲੀ ਹੋਦੀ ਸਾਡੀ ਬਣ ਗਈ ਹੈ। ਇੱਕ ਤੇ ਕੋਸ਼ਿਸ਼ ਕਰਨੀ ਇਹਦੇ 'ਚ ਫਰੈਸ਼ ਮਾਲ ਨੂੰ ਪਾਣੀ ਦੇਣਾ। ਦੂਸਰੇ ਨੰਬਰ ਤੇ ਇਹਦੇ ਵਿੱਚ ਫੰਗਸ ਲੱਗ ਸਕਦੀ ਹੈ। ਫੰਗਸ ਉਹ ਬਿਮਾਰੀ ਹੈ ਜਾਨਵਰ ਦੀ ਅਗਰ ਬਾਡੀ 'ਚ ਚਲੇ ਜਾਂਦੀ, ਤੁਹਾਡੇ ਜਾਨਵਰ ਦਾ ਲੀਵਰ ਅਫੈਕਟ ਕਰੇਗੀ। ਜਿਗਰ ਅਗਰ ਖਰਾਬ ਹੋ ਗਿਆ ਤਾਂ ਜਾਨਵਰ ਸਮਝ ਲਓ ਕਿ ਗਲਤ ਪਾਸੇ ਟੁਰ ਗਿਆ। ਕੁਛ ਤਾਂ ਟਾਇਲ ਲਵਾ ਦੇਣੀ ਹੈ, ਸਹੀ ਰੂ। ਫਿਰ ਤੇ ਟਾਇਲ ਨਾਲੋਂ ਬਿਹਤਰ ਇਹ ਹੈ ਕਿ ਤੁਸੀਂ ਇਹਦੇ 'ਚ
ਮਹੀਨੇ 'ਚ ਕਮ ਸੇ ਕਮ 4 ਦਫਾ ਚੂਨਾ ਮਾਰੋ, ਸਫਾਈ ਕਰੋ। ਚੂਨਾ ਮਾਰੋ। ਚੂਨੇ ਤੋਂ ਬਹੁਤ ਸਾਰੇ ਫਾਇਦੇ ਨੇ। ਚੂਨੇ ਦਾ ਪਹਿਲਾ ਫਾਇਦਾ ਇਹ ਹੈ ਕਿ ਤੁਹਾਡੇ ਜਿਹੜੇ ਜਾਨਵਰ ਨੇ ਇਹਨਾਂ ਦਾ ਜਿਸਮ ਲਾਲ ਨਹੀਂ ਹੋਏਗਾ। ਚੂਨੇ ਤੋਂ ਦੋ ਵੱਡੀਆਂ ਚੀਜ਼ਾਂ ਮਿਲਦੀਆਂ ਨੇ, ਇੱਕ ਕੈਲਸ਼ੀਅਮ ਮਿਲਦਾ ਹੈ, ਦੂਸਰੀ ਵੱਡੀ ਜਿਹੜੀ ਚੀਜ਼ ਮਿਲਦੀ ਹੈ ਉਹ ਮਿਲਦਾ ਹੈ ਵਿਟਾਮਿਨ ਸੀ। ਵਿਟਾਮਿਨ ਸੀ ਜਾਨਵਰ ਦੇ ਅੰਦਰ ਤੇਜ਼ਾਬੀਅਤ ਨਹੀਂ ਪੈਦਾ ਹੋਣ ਦੇਗਾ ਤੇ ਫੰਗਸ ਜਿਹੜੀ ਹੈ ਨਾ ਉਹ ਨਹੀਂ ਲੱਗੇਗੀ, ਤੇ ਨਾਲ ਜਿਹੜਾ ਮਿਲੇਗਾ ਇਹਨਾਂ ਨੂੰ ਕੈਲਸ਼ੀਅਮ ਬਾਡੀ ਦੇ ਵਿੱਚ ਕੈਲਸ਼ੀਅਮ ਦੀ ਕਮੀ ਘੱਟ ਕਰੇਗਾ। ਜਿਹੜੀ ਕੈਲਸ਼ੀਅਮ ਦੀ ਕਮੀ ਘੱਟ ਹੋਏਗੀ ਉਹਨੂੰ ਪੂਰਾ ਕਰੇਗਾ ਤੇ ਜਾਨਵਰ ਹੈਲਦੀ ਰਹੇਗਾ। ਪਾਣੀ ਜਿਹੜਾ ਨਾ ਜਾਨਵਰ ਜਿਹੜੀ ਹੋਦੀ ਦੇ ਵਿੱਚ ਚੂਨਾ ਵੱਜਿਆ ਹੁੰਦਾ ਨਾ ਉਹਦੇ 'ਚ ਜਾਨਵਰ ਪੇਟ ਭਰ ਪਾਣੀ ਪੀਂਦਾ, ਜਿਹਦੇ 'ਚ ਟਾਇਰ ਲੱਗੀ ਹੁੰਦੀ ਉਹਦੇ 'ਚ ਜਾਨਵਰ ਖੁਸ਼ ਹੋ ਕੇ ਪੂਰਾ ਪਾਣੀ ਨਹੀਂ ਪੀਂਦਾ। ਸਹੀ। ਤੇ ਚੂਨਾ ਮਹੀਨੇ 'ਚ 2 ਵਾਰੀ ਮਾਰ ਦੋ। ਹਾਂਜੀ, ਫੰਗਸ ਨਾ ਲੱਗੇ, ਬਸ ਫੰਗਸ ਦੀ ਸੇਫਟੀ ਹੋ ਜਾਏ, ਪਾਣੀ ਸਾਫ਼ ਸੁਥਰਾ ਮਿਲੇ। ਨਾਲ ਵੀ ਸ਼ੇਅਰ ਕਰੋ ਕਿ ਤੁਸੀਂ ਦਰਖਤ ਲਾ ਰਹੇ ਹੋ ਫਾਰਮ ਦੇ ਉੱਤੇ, ਇਹ ਲਾਉਣ ਦੇ ਪਿੱਛੇ ਲੌਜਿਕ ਕੀ ਆ ਤੁਹਾਡੇ ਕੋਲ? ਲੌਜਿਕ ਇਹ ਆ ਵੀ ਮੈਨੂੰ ਲੱਗਦਾ ਵੀ ਜਿਹੜੇ ਦਰਖਤ ਨੇ ਨਾ ਸਾਡੇ ਵਾਸਤੇ ਇਸ ਤਰ੍ਹਾਂ ਹੀ ਜ਼ਰੂਰੀ ਆ ਵੀ ਜਿਵੇਂ ਅਸੀਂ ਸਾਹ ਲੈਂਦੇ ਆ ਨਾ ਤੇ ਸਾਡੇ ਸਾਹ ਜ਼ਰੂਰੀ ਨੇ, ਸਾਡੇ ਦਰਖਤ ਮਤਲਬ ਉਹਨੇ ਇਫੈਕਟਿਵ ਆਕਸੀਜਨ ਜਿਹੜੀ ਹੈ ਉਹ ਤੁਹਾਨੂੰ ਦਰਖਤਾਂ ਦੇ ਜ਼ਰੀਏ ਜ਼ਿਆਦਾ ਮਿਲਦੀ ਹੈ। ਬਰਾਮਦੇ ਅਸੀਂ ਬਣਾਏ ਆ। ਮੈਂ ਆਪਣੇ ਨਿੱਕੇ ਹੁੰਦਿਆਂ ਵੇਖਦਾ ਹਾਂ ਵੀ ਜਦੋਂ ਅਸੀਂ ਮਾਲ ਰੱਖਿਆ ਜੀ, ਸਾਡਾ ਪਿੰਡ ਵਾਜਦਾ ਬੋੜਾਂ ਵਾਲੀ 6 ਤੱਕ। ਠੀਕ ਹੈ। ਸਾਡੇ ਇੰਨੇ ਬੋਰਡ ਹੁੰਦੇ ਸੀ ਵੀ ਸਾਨੂੰ ਬਰਾਮਦਿਆਂ ਦੀ ਤੇ ਕਦੀ ਲੋੜ ਹੀ ਨਹੀਂ ਸੀ ਹੋਈ। ਅਸੀਂ ਵੀ ਸਾਰਾ ਦਿਨ ਬੋੜਾਂ ਤੇ ਚੜ ਕੇ ਗੋਲਾ ਖਾਈ ਜਾਂਦਾ ਸੀ, ਜਿਹੜੀਆਂ ਗੋਲਾਂ ਨਹੀਂ ਉਹ ਖਾਈਨੇ, ਭੁੱਖ ਲੱਗਣੀ, ਘਰ ਭੱਜ ਜਾਣਾ, ਘਰੋਂ ਆ ਕੇ ਤੇ ਫੇਰ ਬੋੜਾਂ ਤੇ। ਠੀਕ ਹੈ। ਮਾਲ ਵੀ ਸਾਰਾ ਦਿਨ ਬੋੜਾਂ ਤੇ, ਸ਼ਾਮ ਨੂੰ ਜੇ ਗਰਮੀ ਬਹੁਤੀ ਹੋਣੀ 4 ਵਜੇ ਮਾਲ ਕੱਢਣਾ ਸੀ ਤੇ ਬਰਾਮਦੇ ਦੀ ਲੋੜ ਨਹੀਂ ਪੈਂਦੀ। ਬਰਾਮਦੇ ਲੋੜ ਪੈਂਦੀ ਸੀ ਵੀ ਠੰਡ 'ਚ। ਅਵਲ ਜਿਹੜੇ ਬੋਰਡ ਹੁੰਦੇ ਸੀ ਉਹਨਾਂ ਦੇ ਛਾਲਾਂ 'ਚ ਉਹਦੀ ਉੱਥੇ ਵੀ ਨਹੀਂ ਲੋੜ ਹੁੰਦੀ, ਏਡੇ ਉਹਨਾਂ ਦੀ ਛਾਂ ਵਧੀਆ ਹੁੰਦੀ। ਸੋ ਉਹ ਚੀਜ਼ਾਂ ਮੈਨੂੰ ਲੱਗਦਾ ਮਿਸ ਕਰਦੇ ਹਾਂ। ਸੋ ਇਹ ਇਸ ਤੋਂ ਸ਼ੁਰੂ ਕੀਤਾ ਵੀ ਗ੍ਰੀਨ ਪੰਜਾਬ ਸਾਡੀ ਇੱਕ ਆਰਗੇਨਾਈਜੇਸ਼ਨ ਹੈ, ਹੋਪ ਆਫ ਪੰਜਾਬ। ਠੀਕ ਹੈ। ਉਹਦੇ ਬੈਨਰ ਹੇਠ ਅਸੀਂ ਇਹਨੂੰ ਗ੍ਰੀਨ ਪੰਜਾਬ ਪ੍ਰੋਜੈਕਟ ਲਾਂਚ ਕਰਨਾ। ਇਹ ਮੈਂ ਆਪਣੀ ਮਦਦ ਆਪ ਦੇ ਤਹਿਤ 2.5 ਲੱਖ ਦੇ ਬੂਟੇ ਲੈ ਕੇ ਸਕੂਲਾਂ 'ਚ, ਕਾਲਜਾਂ 'ਚ, ਲਾਗੇ ਪਿੰਡਾਂ 'ਚ, ਕੁਛ ਆਪ ਮੈਂ ਪਿੰਡ ਦੇ ਆਲੇ ਦੁਆਲੇ ਲਾਏ ਆ ਤੇ ਅੱਗੋਂ ਰਲ ਮਿਲ ਕੇ ਸਾਰਾ ਕਰਾਂਗੇ। ਸੋ ਇਹ ਇਸ ਤੋਂ ਰੁੱਖਾਂ ਵਾਲਾ ਕੰਮ ਜਿਹੜਾ ਰੁੱਖ ਲਾਉਣਾ, ਸ਼ਜਰਕਾਰੀ ਵੀ ਰੁੱਖ ਲਾਉਣਾ। ਠੀਕ ਹੋ ਗਿਆ। ਦੂਸਰਾ ਇਹਦਾ ਜੀ ਤੁਸੀਂ ਮਾਸ਼ਾਅੱਲਾ ਕਰ ਵੀ ਚੁੱਕੇ ਹੋ। ਇੱਕ ਮੈਂ ਤੁਹਾਡੀ ਵੀਡੀਓ ਦੇਖ ਰਿਹਾ ਸੀ ਕਿ ਤੁਸੀਂ ਆਪਣੀ ਫਾਰਮ ਦੀ ਬਾਉਂਡਰੀ ਦੇ ਉੱਤੇ ਲਾਜ਼ਮੀ ਲਾ ਰਹੇ ਹੋ। ਹਾਂਜੀ। ਇਹਦੇ ਬਹੁਤ ਜ਼ਿਆਦਾ ਬੈਨੀਫਿਟ ਨੇ। ਕੁਝ ਬੈਨੀਫਿਟ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ, ਚੁੱਕੇ ਬਹੁਤ ਸਾਰੇ ਤੁਸੀਂ ਸ਼ੇਅਰ ਕਰ ਦਿੱਤੇ ਆਲਰੇਡੀ। ਪਹਿਲਾ ਇਹ ਕਿ ਤੁਹਾਡੇ ਬਾਹਰੋਂ ਆਉਣ ਵਾਲੀ ਜਿਹੜੀ ਸਰਦੀ ਹੈ ਉਹ ਤੋਂ ਮਾਲ ਬਚੇਗਾ ਤੇ ਗਰਮੀਆਂ ਦੇ ਵਿੱਚ ਤੁਹਾਡਾ ਫਾਰਮ ਠੰਡਾ ਰਹੇਗਾ। ਇਹ ਸਭ ਨਾਲ ਬੜਾ ਫਾਇਦਾ ਹੈ। ਜਿਸ ਫਾਰਮ ਦੇ ਉੱਤੇ ਰੁੱਖ ਲੱਗੇ ਹੁੰਦੇ ਨੇ ਨਾ ਉਸ ਫਾਰਮ ਦੇ ਉੱਤੇ ਬਿਮਾਰੀਆਂ ਦਾ ਅਰੂਜ ਵੀ ਘੱਟ ਹੁੰਦਾ ਹੈ। ਇਹ ਵੀ ਜ਼ਿਹਨ 'ਚ ਰੱਖਿਓ। ਉਹ ਤੁਹਾਨੂੰ ਮਾਲ ਵਹਾਣਾ ਤੁਸੀਂ ਪਹਿਲਾਂ ਐਸੇ ਵੇਖਿਆ ਨਹੀਂ ਜੀ? ਮਾਲ ਨਹੀਂ ਦੇਖਿਆ, ਵੀਡੀਓ 'ਚ ਦੇਖਿਆ ਤੁਹਾਡੀਆਂ 'ਚ। ਵੀਡੀਓ 'ਚ ਤੁਸੀਂ ਵੇਖਿਆ। ਇਹ ਤਾਂ ਮੇਰਾ ਸਵਾਲ ਇਹ ਆ ਕਿ ਮੈਂ ਜਿਵੇਂ ਤੁਸੀਂ ਕਿਹਾ ਨਾ ਮੈਂ ਬਰੀਡਿੰਗ ਵਾਲੀਆਂ ਨਹੀਂ, ਮੈਂ ਤੇ ਚੰਗੀ ਸੋਹਣੀ ਵੇਖ ਕੇ ਮੈਂ ਤੇ ਵਕਾਰ ਤੇ ਲੰਬੜਦਾਰ ਲਿਆਉਂਦਾ। ਠੀਕ ਹੈ। ਤੇ ਕੁਝ ਦੋਸਤ ਆਂਦੇ ਆ ਵੀ ਤੁਸੀਂ ਮਹਿੰਗੀਆਂ ਲਿਆਉਂਦੇ ਜੇ। ਠੀਕ ਹੈ। ਉਹਦੇ ਤੇ ਤੁਸੀਂ ਵੇਖ ਕੇ ਦੱਸੋ ਵੀ ਤੁਹਾਡੀ ਕੀ ਰਾਏ? ਪਹਿਲੇ ਨੰਬਰ ਤੇ ਤੁਹਾਡਾ ਚੁੱਕੇ ਮਾਸ਼ਾਅੱਲਾ ਸਟਾਰਟ ਹੈ ਇਸ ਬਿਜ਼ਨਸ ਦਾ। ਕਿਸੇ ਵੀ ਬਿਜ਼ਨਸ ਸਟਾਰਟ ਕਰਨਾ ਹੁੰਦਾ ਹੈ ਨਾ ਉਹਦੇ 'ਚ ਸਭ ਨਾਲ ਪਹਿਲੇ ਪਾਕਿਸਤਾਨ ਦੇ ਵਿੱਚ ਅਗਰ ਅਸੀਂ ਮੱਝ ਦੀ ਸੇਲ ਦੀ ਗੱਲ ਕਰੀਏ ਨਾ, ਅੱਜ ਤੱਕ ਦੁੱਧ ਵਾਲੀ ਮੱਝ ਉਸ ਕੀਮਤ ਦੀ ਨਹੀਂ ਵਿਕੀ ਜਿਸ ਕੀਮਤ ਦੇ ਵਿੱਚ ਖੂਬਸੂਰਤੀ ਵਾਲੀ ਮੱਝ ਵਿਕਦੀ ਹੈ। ਅਗਰ ਮੱਝ ਦੇ ਕੋਲ 15 ਲੀਟਰ ਦੁੱਧ ਹੋਏ ਨਾ ਤੇ 15 ਲੀਟਰ ਵਾਲੀ ਮੱਝ ਹੋ ਸਕਦਾ 4 ਲੱਖ ਦੀ ਵੀ ਮਿਲਦੇ ਲੋਕਾਂ ਨੂੰ ਮੰਡੀਆਂ ਦੇ ਵਿੱਚੋਂ, ਜਿੱਦਾਂ ਸਿੰਘ ਨਾ ਹੋਵੇ, ਦੁੰਮ ਨਾ ਹੋਵੇ। ਅਗਰ ਸੋਹਣੀ ਹੋਏਗੀ ਨਾ ਝੋਟੀ ਪਹਿਲਣ ਤੇ ਦੁੱਧ ਉਹਦੇ ਕੋਲ 8 ਕਿਲੋ ਹੋਏਗਾ ਨਾ ਤੇ ਉਹ 6, 6.5, 7 ਲੱਖ ਦੀ ਮਿਲਣੀ। ਹੁਸਨ ਤੇ ਕੰਮ ਕਰ ਰਹੇ ਹੋ। ਮੈਂ ਤੁਹਾਨੂੰ ਇਹ ਮਸ਼ਵਰਾ ਇਸ ਹਵਾਲੇ ਨਾਲ ਦਵਾਂਗਾ ਕਿ ਕੋਸ਼ਿਸ਼ ਕਰੋ ਕਿ ਝੋਟੀਆਂ ਜਿਹੜੀਆਂ ਖਰੀਦ ਕਰੋ ਨਾ ਉਹ ਮੂੰਹ 'ਚੋਂ 2 ਦੰਦ ਤੇ 4 ਦੰਦ। ਦੇਖੋ ਤੁਸੀਂ ਲੋਕਾਂ ਨੂੰ ਦੇਣਾ ਹੈ ਮਾਲ, ਸੋਹਣਾ ਹੋਏਗਾ ਤੇ ਲੋਕ ਤੁਹਾਡੇ ਕੋਲ ਤੁਹਾਡੀ ਡਿਮਾਂਡ ਤੇ ਵੀ ਖੜਨਗੇ। ਸੋਹਣਾ ਹੋਏਗਾ ਤੇ ਜਾਨਵਰ ਖੁਦ ਵੀ ਆਪਣੀ ਡਿਮਾਂਡ ਬਣਾ ਲਏਗਾ। 2-4 ਚੀਜ਼ਾਂ ਨੇ ਜਿਹੜੀਆਂ ਤੁਹਾਡੇ ਨਾਲ ਡਿਸਕਸ ਕਰਨ ਵਾਲੀਆਂ ਨੇ ਕਿ ਜਾਨਵਰ ਨੂੰ ਖਰੀਦ ਕਰਨ ਦੇ ਟਾਈਮ ਤੇ ਮਾਸ਼ਾਅੱਲਾ ਲੰਬੜਦਾਰ ਸਾਹਿਬ ਭਾਈ ਵਕਾਰ ਭਿੰਡਰ ਤੇ ਤੁਸੀਂ ਸਾਰੇ ਇੱਕ ਤੇ ਜੱਟ ਵੀ ਪੁਰਾਣੇ ਜੱਟ ਹੋ ਤੇ ਦੂਸਰਾ ਇਹ ਚੀਜ਼ ਹੈ ਇਹ ਵਿਰਾਸਤ 'ਚ ਚੀਜ਼ਾਂ ਮਿਲੀਆਂ ਨੇ, ਇਲਮ ਵਿਰਾਸਤ 'ਚ ਟਰਾਂਸਫਰ ਹੋਇਆ ਤੁਹਾਡੇ ਕੋਲ। ਜਿਹੜੀਆਂ ਚੀਜ਼ਾਂ ਮੇਰੇ ਉਸਤਾਦਾਂ ਤੋਂ ਮੇਰੇ ਤੱਕ ਟਰਾਂਸਫਰ ਹੋਈਆਂ ਨੇ, ਉਹ ਉਸਤਾਦ ਜਿਨ੍ਹਾਂ ਨੇ ਤਾਲੀਮ ਦਿੱਤੀ ਹੈ, ਉਹ ਉਸਤਾਦ ਜਿਨ੍ਹਾਂ ਨੇ ਮੱਝ ਦਾ ਇਲਮ ਦਿੱਤਾ ਹੈ, ਉਸ ਹਵਾਲੇ ਨਾਲ ਕੁਝ ਚੀਜ਼ਾਂ ਡਿਸਕਸ ਕਰਨ ਵਾਲੀਆਂ ਨੇ ਕਿ ਅਸੀਂ ਸਪੈਸ਼ਲ ਚੀਜ਼ਾਂ ਦੇਖਦੇ ਹਾਂ ਕਿ ਮੱਝ ਨੂੰ ਖਰੀਦ ਕਰਨ ਤੋਂ ਪਹਿਲੇ ਨਾ ਕੁਝ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਇਹਨੂੰ ਅਸੀਂ ਕਹਿੰਦੇ ਖੁੱਡਾ। ਸਾਦੇ ਅਲਫਾਜ਼ ਆ ਕਿ ਖੁੱਡਾ ਐਡਾ ਕੁ ਹੋਣਾ ਚਾਹੀਦਾ ਕਿ ਮੀਆਂ ਵਾਲ ਦਾ ਕੁੱਕੜ, ਮੀਆਂ ਵਾਲੀ ਦਾ ਜਿਹੜਾ ਕੁੱਕੜ ਹੁੰਦਾ ਉਹਨਾਂ ਦਾ ਸਾਈਜ਼ ਬਹੁਤ ਵੱਡਾ ਹੁੰਦਾ ਕਿ ਖੁੱਡਾ ਐਡਾ ਹੋਵੇ ਕਿ ਮੀਆਂ ਵਾਲੀ ਦਾ ਕੁੱਕੜ ਇਹਦੇ ਵਿੱਚ ਖਲੋ ਜਾਵੇ ਤੇ ਨਜ਼ਰ ਨਾ ਆਵੇ, ਇੰਨਾ ਖੁੱਲਾ ਹੋਣਾ ਚਾਹੀਦਾ। ਇਹਨਾਂ ਇਹਨਾਂ ਨੂੰ ਕਹੀਦਾ ਢਾਕ ਦੀਆਂ ਹੱਡੀਆਂ। ਇਹ ਮੈਂ ਤੁਹਾਨੂੰ ਦੇਸੀ ਸਮਝਾ ਰਿਹਾ ਵਾਂ ਤਾਂ ਕਿ ਸਾਡੇ ਦੇਸੀ ਦੇਖਣ ਵਾਲੇ ਬੰਦਿਆਂ ਨੂੰ ਫਾਇਦਾ ਹੋ ਜਾਏ। ਢਾਕ ਦੀਆਂ ਹੱਡੀਆਂ ਜਿੰਨੀਆਂ ਜ਼ਿਆਦਾ ਖੁੱਲੀਆਂ ਹੋਣਗੀਆਂ ਨਾ ਓਨਾ ਹੀ ਮੱਝ ਦਾ ਕਰੈਕਟਰ ਚੰਗਾ ਹੋਏਗਾ। ਦੁਮ ਜਿੰਨੀ ਜ਼ਿਆਦਾ ਬਰੀਕ ਹੋਏਗੀ ਓਨਾ ਕਰੈਕਟਰ ਚੰਗਾ ਹੋਏਗਾ।
ਇੱਥੇ ਆ ਕੇ ਜਾਨਵਰ ਦੀਆਂ ਹੱਡੀਆਂ ਹੁੰਦੀਆਂ ਨੇ, ਇੱਕ ਹੱਡੀ ਵੀ ਹੁੰਦੀ ਹੈ, 3 ਹੱਡੀਆਂ ਵੀ ਹੁੰਦੀਆਂ ਨੇ। ਸਿੰਗਲ ਹੱਡੀ ਦੀ ਮੱਝ ਦੁਨੀਆ ਜ਼ਿਆਦਾ ਪਸੰਦ ਕਰਦੀ ਹੈ। ਇਹਨੂੰ ਅਸੀਂ ਕਹਿੰਦੇ ਵੱਖੀ ਵਾਲੀ ਹੱਡੀ। ਵੱਖੀ ਵਾਲੀ ਹੱਡੀ ਜਿੰਨੀ ਜ਼ਿਆਦਾ ਖੁੱਲੀ ਹੋਏਗੀ ਨਾ, ਓਨਾ ਜਾਨਵਰ ਖੂਬਸੂਰਤ ਹੋਏਗਾ। ਇੱਥੋਂ ਸ਼ੁਰੂ ਕਰਦੇ ਆ। ਫਿਰ ਲੱਤਾਂ ਦਾ ਐਂਗਲ ਜਾਨਵਰ ਦਾ ਸਿੱਧਾ ਹੋਣਾ ਚਾਹੀਦਾ ਹੈ। ਇਹਦਾ ਦੇਖੋ ਨਾ, ਪੱਟ ਬਿਲਕੁਲ ਸਿੱਧਾ। ਕਈ ਮੱਝਾਂ ਹੁੰਦੀਆਂ ਨੇ ਲੱਤਾਂ ਦੀਆਂ ਖੁਚਲੀਆਂ ਹੁੰਦੀਆਂ ਨੇ, ਇੰਜ ਕਰਕੇ ਪੈਰ ਖਿਲਾੜਦੀਆਂ ਨੇ ਸਾਈਡਾਂ ਨੂੰ ਪੁੱਠੇ ਕਰਕੇ, ਤੇ ਇਹ ਜਗ੍ਹਾ ਜਿਹੜੀਆਂ ਨੇ ਨਾਲ ਜੋੜ ਜਾਂਦੀਆਂ ਨੇ। ਲੱਤ ਪੱਟ ਜਿਹੜੀ ਹੈ ਜਾਨਵਰ ਦੀ ਸਿੱਧੀ ਹੋਣੀ ਚਾਹੀਦੀ ਹੈ, ਪੱਟ ਦੀ ਲੰਬਾਈ ਅੱਛੀ ਹੋਣੀ ਚਾਹੀਦੀ, ਤੇ ਪੈਰ ਦਾ ਸਾਈਜ਼ ਵੱਡਾ ਹੋਣਾ ਚਾਹੀਦਾ। ਦੂਸਰੀ ਸਾਈਡ ਤੇ ਆ ਜਾਂਦੇ, ਝੋਟੀ ਨੂੰ ਮਾੜਾ ਜਿਹਾ ਘੁਮਾਈਏ ਥੋੜੀ। ਇਹਨੂੰ ਕਹਿੰਦੇ ਅਸੀਂ ਵੱਖੀ। ਜਿੰਨੀ ਵੱਖੀ ਛੋਟੀ ਹੋਏਗੀ ਨਾ, ਓਨਾ ਜਾਨਵਰ ਜਿਹੜਾ ਨਾ ਅੱਛਾ ਹੋਏਗਾ। ਪਸਲੀਆਂ ਦੇ ਵਿੱਚ ਜਿੰਨਾ ਖੁਲਾਓ ਹੋਏਗਾ, ਜਿੰਨੀ ਜ਼ਿਆਦਾ ਚੌੜੀ ਹੋਏਗੀ, ਓਨੀ ਮੱਝ ਅੱਛੀ ਹੋਏਗੀ। ਗਰਦਨ ਜਿੰਨੀ ਜ਼ਿਆਦਾ ਪਤਲੀ ਹੋਏਗੀ, ਓਨੀ ਜਾਨਵਰ ਅੱਛਾ ਹੋਏਗਾ। ਚਮੜੀ ਜਿੰਨੀ ਬਰੀਕ ਹੋਏਗੀ, ਓਨੀ ਮੱਝ ਚੰਗੀ ਹੋਏਗੀ। ਉਸ ਤੋਂ ਬਾਅਦ ਇਹਨੂੰ ਅਸੀਂ ਕਹਿੰਦੇ ਕੋਲੀ। ਕੋਲੀ ਦਾ ਸਾਈਜ਼ ਜਿੰਨਾ ਨਿੱਕਾ ਹੋਏਗਾ, ਓਨੀ ਮੱਝ ਅੱਛੀ ਹੋਏਗੀ। ਧੁੰਨੀ ਮੱਝ ਦੇ ਕੋਲ ਨਹੀਂ ਹੋਣੀ ਚਾਹੀਦੀ। ਇਹ ਤੇ ਮੈਂ ਵੀ ਸਿੱਖ ਲਿਆ, ਤੁਹਾਡੀ ਗੱਲ ਕੱਟਦਾ ਵੀ ਕੋਲੀ। ਉਹ ਜਿਹੜੀ ਕੋਲਾ ਵੱਡਾ ਹੁੰਦਾ ਨਾ, ਤੇ ਲੰਬੜਦਾਰ ਆਂਦਾ ਹੁੰਦਾ ਵੀ ਇਹਨੂੰ ਤੇ ਤੁੰਮੇ ਬਹੁਤ ਦੇਣੇ ਪੈਣੇ ਆ, ਘਰ ਦੇ ਹੋਣੇ ਚਾਹੀਦੇ, ਉਹ ਕੋਲੀ ਵਾਲੀ ਲਈਦੀ। ਇੱਕ ਧੁੰਨੀ ਨਹੀਂ ਹੋਣੀ ਚਾਹੀਦੀ, ਠੀਕ ਹੈ ਜੀ। ਅਗਲੀਆਂ ਲੱਤਾਂ ਵੀ ਸਿੱਧੀਆਂ ਹੋਣੀਆਂ ਚਾਹੀਦੀਆਂ ਨੇ। ਸਿਰ ਛੋਟਾ ਹੋਵੇ ਮਾਏ ਦੇ ਕੋਲ, ਸਿੰਗ ਪਤਲੇ ਹੋਣ, ਬਰੀਕ ਹੋਣ। ਅੱਗੋਂ ਫਿਰ ਸਿੰਗ ਦੀ ਖੂਬਸੂਰਤੀ, ਮਤਲਬ ਜ਼ਾਰੀ ਬਾਤ ਹੈ, ਜਿੰਨਾ ਛੋਟਾ ਹੋਏਗਾ ਉਨੀ ਖੂਬਸੂਰਤੀ ਜ਼ਿਆਦਾ ਹੋਏਗੀ। ਨੱਕ ਦੀ ਹੱਡੀ ਜਿਹੜੀ ਹੈ ਬਰੀਕ ਹੋਣੀ ਚਾਹੀਦੀ ਹੈ। ਵਾਤ ਬਿਲਕੁਲ ਛੋਟੀ ਜਿਹੀ ਹੋਣੀ ਚਾਹੀਦੀ ਹੈ। ਅੱਖ ਦਾ ਸਾਈਜ਼ ਜਿੰਨਾ ਵੱਡਾ ਹੋਏਗਾ ਉਨੀ ਮੱਝ ਚੰਗੀ ਹੋਏਗੀ। ਅੱਛਾ, ਇੰਨੀਆਂ ਖੂਬੀਆਂ ਮੈਨੂੰ ਵਿੱਚ ਸ਼ੁਕਰੀਆ ਨਹੀਂ ਆਉਂਦੇ ਵੀ ਮੈਨੂੰ ਦੱਸੋ ਵੀ ਕਿਵੇਂ ਦੀ ਮੱਝ ਬਣਾ ਲੈਣੀ ਹੈ, ਤੇ ਮੈਂ ਬਣਾ ਦੂੰ। ਮੈਂ ਕਿਹਾ ਵੀ ਇਹ ਕੋਈ ਇਖਤਿਆਰ ਕੋ ਬਹੁਤਾ ਆ ਗਿਆ ਲੱਗਦਾ। ਕੰਨ ਜਿਹੜੇ ਆ ਨਾ ਜੀ, ਕੰਨ ਦਾ ਸਾਈਜ਼ ਵੱਡਾ ਹੋਣਾ ਚਾਹੀਦਾ। ਹੁਣ ਇਹਨਾਂ 'ਚ ਮੈਂ ਤੁਹਾਨੂੰ ਫਰਕ ਕੱਢ ਕੇ ਦੱਸਦਾ ਵਾਂ। ਸਾਡੇ ਕੋਲ ਜਿਹੜੀ ਸਾਹੀਵਾਲ ਗਾਂ ਹੈ ਨਾ, ਸਾਡੀ ਪਾਕਿਸਤਾਨ ਦੀ, ਅਸੀਂ ਆਪਣੀ ਸਾਹੀਵਾਲ, ਆਪਣੀ ਲੋਕਲ ਬਰੀਡ ਨੂੰ ਜ਼ਿਆਦਾ ਪ੍ਰਮੋਟ ਸਾਨੂੰ ਕਰਨਾ ਚਾਹੀਦਾ ਹੈ। ਉਹਦੇ 'ਚ ਤੇ ਵਲੈਤੀ ਗਾਂ ਦੇ ਵਿੱਚ ਤੁਸੀਂ ਫਰਕ ਕੱਢ ਸਕਦੇ ਹੋ। ਕਿਸ ਤਰ੍ਹਾਂ ਕੱਢ ਸਕਦੇ ਹੋ? ਵਲੈਤੀ ਗਾਂ ਦੀ ਗਰਦਨ ਬਰੀਕ ਹੈ, ਸਾਹੀਵਾਲ ਦੀ ਮੋਟੀ ਹੈ। ਸਾਹੀਵਾਲ ਦੀਆਂ ਵਜਾਇਨਾ ਦਾ ਸਾਈਜ਼ ਵੱਡਾ ਹੈ। ਹਾਂ, ਮੱਝ ਦੇ ਇੱਕ ਕਰੈਕਟਰ ਦੇ ਵਿੱਚ ਇਹਨਾਂ ਦੀ ਵਜਾਇਨਾ ਤੇ ਗੱਲ ਕਰਨੀ ਸੀ, ਜਿਹਨੂੰ ਅਸੀਂ ਸੂਕ ਕਹਿੰਦੇ, ਜਿੱਥੋਂ ਬੱਚਾ ਆਉਂਦਾ, ਛੋਟਾ ਪਿਸ਼ਾਬ ਜਾਨਵਰ ਕਰਦਾ, ਉਹਦਾ ਸਾਈਜ਼ ਜਿੰਨਾ ਨਿੱਕਾ ਹੋਏਗਾ ਨਾ, ਉਨੀ ਮੱਝ ਅੱਛੀ ਹੋਏਗੀ। ਹੁਣ ਤੁਸੀਂ ਸਾਹੀਵਾਲ ਤੇ ਵਲੈਤੀ ਗਾਂ ਦੇ ਵਿੱਚ ਫਰਕ ਕਿਸ ਤਰ੍ਹਾਂ ਕੱਢ ਸਕਦੇ ਹੋ? ਵਲੈਤੀ ਗਾਂ ਦੀ ਵੱਖੀ ਛੋਟੀ ਹੋਏਗੀ, ਧੁੰਨੀ ਕੋਲੀ ਬਿਲਕੁਲ ਕੋਈ ਨਹੀਂ ਹੋਏਗੀ। ਲੱਤਾਂ ਬਿਲਕੁਲ ਸਿੱਧੀਆਂ ਹੋਣਗੀਆਂ, ਬਾਰੀਕ ਹੋਣਗੀਆਂ, ਪੈਰ ਦਾ ਸਾਈਜ਼ ਵੱਡਾ ਹੋਏਗਾ। ਕੰਨ ਉਹਦੇ ਛੋਟੇ ਹੋਣਗੇ। ਇਹਨਾਂ 'ਚ ਮੱਝਾਂ ਦੇ ਵਿੱਚ ਜਿੰਨਾ ਕੰਨ ਵੱਡਾ ਹੋਏਗਾ, ਮੱਝ ਦੀਆਂ ਆਦਤਾਂ ਉਨੀਆਂ ਮਿੱਠੀਆਂ ਔਰ ਚੰਗੀਆਂ ਹੋਣਗੀਆਂ। ਜਿੰਨਾ ਕੰਨ ਛੋਟਾ ਹੋਏਗਾ, ਉਨੀਆਂ ਮੱਝ ਦੀਆਂ ਆਦਤਾਂ ਜ਼ਿਆਦਾ, ਮਤਲਬ ਤੇਜ਼ੀ ਵਾਲੀਆਂ ਹੋਣਗੀਆਂ। ਹੁਣ ਜਦੋਂ ਸਾਹੀਵਾਲ ਤੇ ਅਸੀਂ ਇਹੀ ਚੀਜ਼ਾਂ ਲੱਭਦੇ ਆ, ਸਾਹੀਵਾਲ ਕੋ ਧੁੰਨੀ ਵੀ ਹੈ, ਸਾਹੀਵਾਲ ਕੋ ਕੋਲੀ ਵੀ ਹੈ। ਹੁਣ ਤੁਸੀਂ ਸਾਹੀਵਾਲ ਨੂੰ ਵਲੈਤੀ ਦੇ ਨਾਲ ਕੰਪੈਰੀਜ਼ਨ ਕਰੋ ਨਾ, ਤੇ ਵਲੈਤੀ ਗਾਂ 40 ਲੀਟਰ ਦੁੱਧ ਕਰਦੀ ਹੈ, ਤੇ ਸਾਹੀਵਾਲ 12 ਲੀਟਰ ਦੁੱਧ ਕਰਦੀ ਹੈ। ਇਸੇ ਤਰ੍ਹਾਂ ਜਾਨਵਰਾਂ ਦੇ ਵਿੱਚ ਅਗਰ ਤੁਸੀਂ ਆਸਾਨੀ ਦੇ ਨਾਲ ਜਾਨਵਰ ਲੱਭਣਾ ਹੈ ਮੰਡੀਆਂ ਦੇ ਵਿੱਚੋਂ, ਕਿ ਇਹ ਜਾਨਵਰ ਅੱਛਾ ਹੈ ਔਰ ਇਹ ਜਾਨਵਰ ਅੱਗੇ ਜਾ ਕੇ ਸਾਨੂੰ ਫਾਇਦਾ ਦੇ ਸਕਦਾ ਹੈ, ਉਹਦੇ 'ਚ ਇਹ ਕਰੈਕਟਰ ਲੱਭਣੇ ਸਾਨੂੰ ਬੜੇ ਜ਼ਰੂਰੀ ਨੇ। ਜਿੰਨਾ ਮੱਝਾਂ ਦੇ ਪਿਛਲੇ ਸਿਰ ਗੋਸ਼ਤ ਚੜ੍ਹਦਾ ਹੈ ਨਾ, ਉਹ ਮੱਝਾਂ ਲੋਕਲ ਬਰੀਡ ਹੁੰਦੀ ਹੈ, ਚਨਾਹ ਦੀ ਬਰੀਡ ਹੁੰਦੀ ਹੈ। ਤੇ ਚਨਾਹ ਦੀਆਂ ਜਿਹੜੀਆਂ ਮੱਝਾਂ ਹੁੰਦੀਆਂ ਨੇ, ਉਹਨਾਂ 'ਚ ਦੁੱਧ ਦਾ ਕਰੈਕਟਰ ਏਡਾ ਲੰਬਾ ਨਹੀਂ ਹੁੰਦਾ, ਉਹਨਾਂ 'ਚ ਦੁੱਧ ਦਾ ਕਰੈਕਟਰ ਥੋੜਾ ਹੁੰਦਾ। ਉਹ 2.5-3 ਮਹੀਨੇ ਦਿੰਦੀਆਂ ਨੇ, 20-20 ਕਿਲੋ ਵੀ ਦੇ ਜਾਂਦੀਆਂ ਨੇ। ਲੇਕਿਨ 20 ਕਿਲੋ ਹੋ ਸਕਦਾ ਤੁਸੀਂ ਸ਼ਾਮੀ 10 ਕਿਲੋ 'ਚ ਹੋਇਆ ਨਾ, ਤੁਸੀਂ ਚੋ ਕੇ ਫਾਰਗ ਹੋਏ ਹੋ ਨਾ, ਤੇ ਸਵੇਰੇ ਤੁਹਾਨੂੰ ਕਹੇ ਸਲਾਮ ਅਲੈਕਮ, ਦੁੱਧ ਹੀ ਨਹੀਂ ਹੈ। ਮੈਂ ਰਿਕਾਰਡ ਕਰਾਂ ਇਦਾਂ ਹੀ। ਅੱਛਾ ਡਾਕਟਰ ਸਾਹਿਬ, ਮੈਂ ਬਣਾਉਣਾ ਹੀ ਹੁਣ ਸਾਈਲੇਜ। ਮੇਰਾ ਇਰਾਦਾ ਵੀ ਇੱਕੋ ਵਾਰੀ ਸਾਲ ਦਾ ਇਕੱਠਾ ਬਣਾ ਲਈਏ। ਚਲੋ ਅਗਲੇ ਸਾਲ ਤੋਂ ਤੇ ਮੱਕੀ ਆਪਣੀ ਲਾ ਲਿਆ ਕਰਾਂਗੇ, ਕਾਸਟ ਘਟ ਜੂਗੀ। ਓਕੇ, ਸੋ ਪਰ ਮਤਲਬ ਇੱਕ ਨਗ ਦੇ ਹਿਸਾਬ ਨਾਲ ਕਿੰਨਾ ਸਾਈਲੇਜ ਹੋਣਾ ਚਾਹੀਦਾ? ਅਸੀਂ ਕੈਲਕੂਲੇਸ਼ਨ ਕਰਦੇ ਆ, ਜਿਹੜੇ ਗੋਸ਼ਤ ਵਾਲੇ ਜਾਨਵਰ ਹੁੰਦੇ ਨੇ ਨਾ, ਝੋਟੀਆਂ ਵੀ ਗੋਸ਼ਤ ਚਾਹੁੰਦੀਆਂ ਨੇ, ਜਿੰਨੇ ਦੇ ਤੱਕ ਬੱਚਾ ਨਹੀਂ ਦਿੰਦੀ, ਉਹਦੀ ਜਿਹੜੀ ਐਵਰੇਜ ਹੁੰਦੀ ਹੈ ਉਹ 2 ਕਿਲੋ 700 ਗ੍ਰਾਮ ਦੇ ਹਿਸਾਬ ਨਾਲ ਪਰ ਡੇ ਹੁੰਦੀ ਹੈ। 100 ਕਿਲੋ ਵਜ਼ਨ ਤੇ ਤੁਸੀਂ 2 ਕਿਲੋ 700 ਗ੍ਰਾਮ ਖੁਰਾਕ ਖਿਲਾਣੀ ਹੈ। ਮਤਲਬ ਜੇ ਇੱਕ ਮੱਝ ਦਾ 3 ਕਿਲੋ weight ਹੈ, 300 ਕਿਲੋ weight ਹੈ, 300 ਕਿਲੋ weight ਹੈ, 300 ਕਿਲੋ weight ਤੇ ਤੁਸੀਂ 2 ਕਿਲੋ 700 ਗ੍ਰਾਮ ਨੂੰ 3 ਨਾਲ ਜ਼ਰਬ ਦੇਣਾ। ਜਿਹੜੇ ਕਿਲੋ ਵਜ਼ਨ ਆਇਆ, ਉਹਨੇ ਕਿਲੋ ਤੁਸੀਂ 24 ਘੰਟਿਆਂ 'ਚ ਉਹਨੂੰ ਖੁਸ਼ਕ ਖੁਰਾਕ ਖਿਲਾਣੀ ਹੈ। ਹੁਣ ਖੁਸ਼ਕ ਖੁਰਾਕ ਕੀ ਹੈ? ਕਿਸੇ ਵੀ ਚੀਜ਼ 'ਚ ਪਾਣੀ ਕੱਢ ਲਈਏ, ਜਿਹੜਾ ਬਕਾਇਆ ਖੁਸ਼ਕ ਬਚਦਾ ਉਹ ਸਾਈਲੇਜ ਤੁਸੀਂ ਖਿਲਾ ਰਹੇ ਹੋ। 7.5 ਕਿਲੋ ਅਗਰ ਬਣਦੀ ਪਈ ਖੁਰਾਕ ਨਾ, 7.5 ਕਿਲੋ ਹੀ ਨਹੀਂ ਖਿਲਾਣਾ। 7.5 ਕਿਲੋ ਦੇ ਵਿੱਚ ਪਾਣੀ ਵੀ ਹੋਣਾ, ਠੀਕ ਹੈ। ਤੁਸੀਂ ਉਹਨੂੰ ਇਸ ਤਰੀਕੇ ਨਾਲ ਪਲੱਸ ਮਾਈਨਸ ਕਰਨਾ ਹੈ ਕਿ ਜਾਨਵਰ ਨੂੰ 7.5 ਕਿਲੋ ਖੁਸ਼ਕ ਮਿਲੇ। ਜਿਹੜਾ ਸਾਈਲੇਜ ਹੁੰਦਾ ਨਾ, ਇਹਦੇ 'ਚ ਪਾਣੀ ਹੁੰਦਾ 35%। 65 ਕਿਲੋ ਖੁਸ਼ਕ ਹੁੰਦਾ, 35 ਕਿਲੋ ਇਹਦੇ 'ਚ ਪਾਣੀ ਹੁੰਦਾ। ਅਗਰ ਤੁਸੀਂ ਮਿਸਾਲ ਹੈ ਕਿ ਜਾਨਵਰ ਨੂੰ ਖਿਲਾਉਂਦੇ ਹੋ ਨਾ 10 ਕਿਲੋ, 10 ਕਿਲੋ ਦੇ ਵਿੱਚੋਂ ਜਾਨਵਰ ਨੂੰ 3.5 ਕਿਲੋ ਖੁਰਾਕ ਜਾਏਗੀ ਜਿਹੜੀ ਖੁਸ਼ਕ ਹੋਏਗੀ, ਤੇ 6.5 ਕਿਲੋ ਉਹਨੂੰ ਜਿਸਮ 'ਚ ਜਾਏਗਾ ਪਾਣੀ। ਅਗਰ ਤੁਸੀਂ ਇਹਨੂੰ ਡਬਲ ਕਰ ਲਓ 20 ਕਿਲੋ, ਤੇ ਜਾਨਵਰ ਦੀ ਅਗਰ ਖੁਰਾਕ 24 ਘੰਟਿਆਂ 'ਚ ਬੰਦੀ ਪਈ 7 ਕਿਲੋ, ਫਿਰ ਉਹਨੂੰ 20 ਕਿਲੋ ਸਾਈਲੇਜ ਖਿਲਾਓਗੇ, ਉਹਦਾ ਜਿਹੜਾ 7 ਕਿਲੋ ਖੁਸ਼ਕ ਹੈ ਨਾ, ਉਹਦਾ ਟਾਰਗੇਟ ਪੂਰਾ ਹੋ ਜਾਏਗਾ।
ਅੱਛਾ 20 ਕਿਲੋ ਸਾਈਲੇਜ ਦੇ ਨਾਲ ਲੱਗ ਗਿਆ ਜੋ ਚਾਚਾ ਜੀ ਨੇ 20 ਕਿਲੋ ਸਾਈਲੇਜ ਦੇ ਨਾਲ ਕੀ ਕੀ ਚੀਜ਼ਾਂ, ਔਰ ਤੂੜੀ ਨੂੰ ਲੈ ਕੇ ਜਾਂ ਹਰੇ ਨੂੰ ਲੈ ਕੇ, ਜਾਂ ਜਿਵੇਂ ਤੁਸੀਂ ਦੱਸਦੇ ਵੀ ਛੋਟਾ ਦੇਣਾ ਚਾਹੀਦਾ, ਕੀ ਹੋਣਾ ਚਾਹੀਦਾ? ਸਾਇਲੇਜ ਜਿਹੜਾ ਹੈ ਨਾ ਜੀ, ਇਹ ਬੇਸਿਕਲੀ ਇਹਨੂੰ ਤੁਸੀਂ 50% ਬਾਹਰ ਹੀ ਤਿਆਰ ਕਰ ਲੈਂਦੇ ਹੋ। ਹਜ਼ਮ ਮਤਲਬ 50% ਬਾਹਰ ਹੀ ਹਜ਼ਮ ਹੋ ਗਿਆ ਹੁੰਦਾ ਹੈ। ਜਾਨਵਰ ਨੂੰ ਹਜ਼ਮ ਕਰਨ ਵਾਸਤੇ 50% ਆਪਣੀ ਫੋਰਸ ਲਾਣੀ ਪੈਂਦੀ ਹੈ। ਜਿਹੜੇ ਬਾਡੀ ਦੇ ਅੰਦਰ ਮਾਈਕਰੋਬਸ ਹੁੰਦੇ ਨੇ ਨਾ, ਕੀੜੇ ਹੁੰਦੇ ਨੇ, ਉਹ 50% ਕੰਮ ਕਰਦੇ ਨੇ। ਜਾਨਵਰ ਨੂੰ ਜ਼ਿਆਦਾ ਟਾਈਮ ਉਹਦੇ ਉੱਤੇ ਮਿਹਨਤ ਨਹੀਂ ਕਰਨੀ ਪੈਂਦੀ। ਉਹਦੇ 'ਚ ਕੀ ਹੈ ਕਿ ਜਦੋਂ ਤੁਸੀਂ ਸਾਇਲੇਜ ਖਿਲਾਉਂਦੇ ਹੋ, ਸਾਇਲੇਜ ਦੇ ਨਾਲ ਦੋ ਚੀਜ਼ਾਂ ਹੋਣ ਦੇ ਚਾਂਸ ਹੁੰਦੇ ਨੇ। ਇੱਕ ਈਸੀਡੀਟੀ, ਜਿਹਨੂੰ ਅਸੀਂ ਤੇਜ਼ਾਬੀਅਤ ਕਹਿੰਦੇ ਆ। ਦੂਸਰੇ ਨੰਬਰ ਤੇ ਜਿਹਨੂੰ ਸਾਡੇ ਆਮ ਜ਼ਿਮੀਦਾਰ ਕਹਿੰਦੇ ਨੇ ਕਿ ਇਹ ਬਾਦੀ ਬਹੁਤ ਹੁੰਦਾ ਹੈ ਜੀ। ਪੇਟ ਦੇ ਅੰਦਰ ਜਾਨਵਰ ਦਾ ਜਿਹੜਾ ਰੂਮਨ ਦਾ ਪੀਐਚ ਲੈਵਲ ਹੁੰਦਾ ਨਾ, ਉਹ 6.8 ਤੇ ਮੇਨਟੇਨ ਹੁੰਦਾ ਹੈ। ਅਗਰ ਜਾਨਵਰ ਨੂੰ ਤੁਸੀਂ ਉਹਦੀ ਖੁਰਾਕ ਦੇ ਵਿੱਚ 50 60 70 ਗ੍ਰਾਮ ਤੱਕ ਡੇਲੀ ਮਿੱਠਾ ਸੋਡਾ ਖਿਲਾਉਂਦੇ ਹੋ, ਮਿੱਠਾ ਸੋਡਾ ਤੁਹਾਡੇ ਜਾਨਵਰ ਦੀ ਤੇਜ਼ਾਬੀਅਤ ਨੂੰ ਵੀ ਖਤਮ ਕਰਦਾ ਹੈ। ਖਿਲਾਣਾ 3 ਟਾਈਮ ਕਰਕੇ ਜਾਂ 4 ਟਾਈਮ ਕਰਕੇ ਜਾਂ 2 ਟਾਈਮ ਕਰਕੇ, ਇੱਕੋ ਟਾਈਮ 'ਚ ਸਾਰਾ ਨਹੀਂ ਖਿਲਾਣਾ। ਇੱਕ ਤੇ ਉਹ ਡੰਗਰ ਨੂੰ ਰੋਜ਼ ਦਾ ਕਿੰਨਾ 70 ਗ੍ਰਾਮ 100 ਗ੍ਰਾਮ ਤੱਕ ਦੇ ਸਕਦੇ ਹੋ, 100 ਗ੍ਰਾਮ ਦੇ ਸਕਦੇ ਹੋ। ਲੇਕਿਨ ਜਾਨਵਰ ਦੇ weight ਦੇ ਹਿਸਾਬ ਨਾਲ ਜਾਨਵਰ ਕੋਈ ਛੋਟਾ ਹੈ ਤਾਂ ਉਹਨੂੰ 50 ਗ੍ਰਾਮ ਉਸ ਤੋਂ ਛੋਟਾ ਤੇ 20 ਕਿਲੋ ਜਿਹੜਾ ਸਾਇਲੇਜ ਦੱਸਿਆ, ਤੇ ਇਹਦੇ ਵਿੱਚ ਇਹ ਤੁਸੀਂ ਓਵਰਆਲ 24 ਘੰਟੇ ਦਾ ਦੱਸਿਆ। 24 ਘੰਟਿਆਂ ਦਾ 24 ਘੰਟਿਆਂ ਦੇ ਇੱਕ ਡੰਗਰ ਨੂੰ 20 ਕਿਲੋ ਸਾਇਲੇਜ ਹੈ। ਇੱਕ ਜਾਨਵਰ ਨੂੰ 24 ਘੰਟਿਆਂ 'ਚ 20 ਕਿਲੋ ਸਾਇਲੇਜ। ਲੇਕਿਨ ਅਗਰ ਉਹਦਾ ਹਦਫ ਜਿਹੜਾ ਹੈ 2 ਕਿਲੋ 700 ਗ੍ਰਾਮ ਵਾਲਾ ਪੂਰਾ ਹੋ ਰਿਹਾ, ਤੇ ਅਗਰ ਤੁਸੀਂ ਦੇਖਿਆ ਕਿ ਉਹਦੇ ਨਾਲ ਪੂਰਾ ਨਹੀਂ ਹੋ ਰਿਹਾ, ਫਾਰਮ ਦੇ ਉੱਤੇ ਐਕਸਪੈਂਸ ਵੱਧਦੇ ਜਾ ਰਹੇ ਨੇ, ਤੇ ਫਿਰ ਤੁਸੀਂ ਉਹਦੇ 'ਚ ਐਡ ਕਰ ਸਕਦੇ ਹੋ। ਉਹਦਾ ਹਦਫ ਪੂਰਾ ਕਰਨ ਵਾਸਤੇ ਤੂੜੀ ਵੀ ਐਡ ਕਰ ਸਕਦੇ ਹੋ। ਉਹਦਾ ਹਦਫ ਪੂਰਾ ਕਰਨ ਵਾਸਤੇ ਤੁਸੀਂ ਗ੍ਰੀਨ ਫੋਡਰ ਵੀ ਐਡ ਕਰ ਸਕਦੇ ਹੋ, ਸਬਜ਼ ਚਾਰਾ ਜਿਹਨੂੰ ਅਸੀਂ ਕਹਿੰਦੇ ਆ। ਤੇ ਸਬਜ਼ ਚਾਰਾ ਤੁਸੀਂ ਕਿਸ ਤਰ੍ਹਾਂ ਦੇ ਸਕਦੇ ਹੋ? ਸਬਜ਼ ਚਾਰਾ ਵੀ ਤੁਸੀਂ ਖੁਸ਼ਕ ਦੀ ਬੇਸ ਦੇ ਉੱਤੇ ਦੇਣਾ, ਫਿਰ ਤੁਹਾਡੇ ਜਾਨਵਰ ਦਾ ਹਦਫ ਪੂਰਾ ਹੋਏਗਾ। ਫਿਰ ਜਾਨਵਰ ਜਿਹੜਾ ਨਾ ਆਪਣੀ ਡੇਲੀ ਦੇ ਹਿਸਾਬ ਨਾਲ 700-800 ਗ੍ਰਾਮ ਤੋਂ ਸ਼ੁਰੂ ਹੋ ਕੇ 1200-1300 ਗ੍ਰਾਮ ਤੱਕ ਤੁਹਾਨੂੰ ਵਜ਼ਨ ਡੇਲੀ ਦੇ ਸਕਦਾ ਹੈ। ਮਹੀਨੇ 'ਚ 30 ਕਿਲੋ ਵਜ਼ਨ ਤੁਹਾਡਾ ਜਾਨਵਰ ਆਪਣੀ ਖੁਰਾਕ ਨੂੰ ਪੂਰਾ ਕਰਕੇ। ਅਕਸਰ ਸਾਡੇ ਕੋਲ ਜਾਨਵਰ ਦੁੱਧ ਦੇਣ ਵਾਲੇ ਫਾਰਮਰ ਕੋ ਕਮਜ਼ੋਰ ਹੋ ਜਾਂਦੇ ਨੇ। ਉਹਦੇ ਪਿੱਛੇ ਰੀਜ਼ਨ ਕੀ ਹੁੰਦੀ ਹੈ ਕਿ ਜਾਨਵਰ ਨੂੰ ਉਹਦੀ ਜ਼ਰੂਰਤ ਦੇ ਮੁਤਾਬਕ ਖੁਰਾਕ ਹੀ ਨਹੀਂ ਮਿਲ ਰਹੀ। ਇੱਕ ਜਾਨਵਰ ਉਹ 24 ਘੰਟਿਆਂ ਦੇ ਵਿੱਚ 10 ਲੀਟਰ ਦੁੱਧ ਪੈਦਾ ਕਰ ਰਿਹਾ ਨਾ, ਉਹ 10 ਲੀਟਰ ਦੁੱਧ 'ਚ ਰੋਜ਼ 1 ਕਿਲੋ 1.5 ਕਿਲੋ ਮੱਖਣ ਕੱਢ ਕੇ ਦੇ ਰਿਹਾ। ਹੁਣ ਉਹਦੇ ਜਿਸਮ 'ਚ ਜਿਹੜੀ ਮੱਖਣ ਦੀ ਰੋਜ਼ ਦੀ ਕਮੀ ਆ ਰਹੀ, ਫਾਰਮਰ ਉਹ ਪੂਰੀ ਕਰਦਾ ਕੋਈ ਨਹੀਂ। ਜਾਨਵਰ ਆਪਣਾ ਜਿਸਮ ਖੋਰ ਕੇ ਫਾਰਮਰ ਨੂੰ ਦੇਣਾ ਸ਼ੁਰੂ ਕਰ ਦਿੰਦਾ ਹੈ, ਤੇ ਫਾਰਮਰ ਇਹ ਸਮਝਦਾ ਕਿ ਦੁੱਧ ਦੇਣ ਵਾਲਾ ਜਾਨਵਰ ਕਮਜ਼ੋਰ ਹੋ ਗਿਆ। 40 ਕਿਲੋ ਦੁੱਧ ਦੇਣ ਵਾਲੀ ਗਾਂ ਕਮਜ਼ੋਰ ਨਹੀਂ ਹੁੰਦੀ ਜਿਹਨੇ ਸਹੀ ਰੱਖੀ ਹੁੰਦੀ ਹੈ। ਸਾਡੇ ਕੋਲ 6-7 ਕਿਲੋ ਦੁੱਧ ਦੇਣ ਵਾਲੀ ਕਮਜ਼ੋਰ ਹੋ ਜਾਂਦੀ। ਵਜ੍ਹਾ ਕੀ? ਖੁਰਾਕ ਦੀ ਕਮੀ। ਅੱਛਾ ਡਾਕਟਰ ਸਾਹਿਬ ਇੱਕ ਹੋਰ ਦੱਸਿਓ, ਬਰਾਮਦੇ ਦਾ ਜਿਵੇਂ ਆਪਾਂ ਡਿਸਕਸ ਕਰ ਰਹੇ ਹਾਂ ਜੀ, ਵੀ ਬਰਾਮਦਾ ਜਿਵੇਂ ਆਪਣਾ ਜਿਸ ਡਾਇਰੈਕਸ਼ਨ 'ਚ ਬਣਿਆ, ਉਹਨੂੰ ਐਕਸਟੈਂਡ ਕਰਨਾ ਠੀਕ ਹੈ, ਜਾਂ ਖੁਰਲੀਆਂ ਦੇ ਉੱਤੇ ਆਪਾਂ 20 ਫੁੱਟ ਉਧਰ 20 ਫੁੱਟ ਉਧਰ ਪਾ ਦਈਏ? ਸ਼ੈੱਡ ਜਿਹੜਾ ਨਾ ਪੂਰੀ ਦੁਨੀਆ ਦੇ ਵਿੱਚ ਈਸਟ ਵੈਸਟ ਬਣਦਾ ਹੈ। ਈਸਟ ਵੈਸਟ ਅਸੀਂ ਕਹਿੰਦੇ ਜਿੱਧਰੋਂ ਸੂਰਜ ਚੜ੍ਹ ਰਿਹਾ, ਜਿੱਧਰ ਸੂਰਜ ਲੱਥ ਰਿਹਾ, ਜਿਵੇਂ ਬਰਾਮਦਾ। ਹਾਂਜੀ, ਜਿਸ ਤਰ੍ਹਾਂ ਬਰਾਮਦਾ ਡਾਇਰੈਕਸ਼ਨ ਹਮੇਸ਼ਾ ਸ਼ੈੱਡ ਦੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਤੁਸੀਂ ਦੂਸਰੇ ਤਰੀਕੇ ਨਾਲ ਸ਼ੈੱਡ ਬਣਾਓਗੇ ਨਾ, ਉਹਦੇ 'ਚ ਕੀ ਹੋਏਗਾ, ਜਿੱਧਰੋਂ ਸੂਰਜ ਚੜ੍ਹੇਗਾ, ਕਿਉਂਕਿ ਸ਼ੈੱਡ ਦੀ ਲੰਬਾਈ ਤੁਸੀਂ ਜ਼ਿਆਦਾ ਵੀ ਕਰ ਲੋਗੇ, 16 ਫੁੱਟ ਤੱਕ ਰੱਖ ਸਕਦੇ ਹੋ। ਸੂਰਜ ਚੜ੍ਹੇਗਾ ਤੇ ਤੁਹਾਡੇ 16 ਫੁੱਟ ਤੱਕ ਅੰਦਰ ਤੱਕ ਧੁੱਪ ਲਿਆਏਗਾ। ਦੂਸਰੀ ਸਾਈਡ ਤੇ ਸੂਰਜ ਗਰੂਬ ਹੋਏਗਾ, 16 ਫੁੱਟ ਅੰਦਰ ਆਏਗੀ, ਜਾਨਵਰ ਸਕੂਨ 'ਚ ਨਹੀਂ ਰਹੇਗਾ। ਅਗਰ ਤੁਸੀਂ ਇਸ ਤਰ੍ਹਾਂ ਬਣਾਓਗੇ, ਤੁਹਾਡੇ ਕੋਲ ਅਗਰ ਸ਼ੈੱਡ ਦੇ ਅੰਦਰ ਥੋੜੀ ਬਹੁਤੀ ਧੁੱਪ ਆ ਵੀ ਜਾਂਦੀ ਤੇ 16 ਫੁੱਟ ਉਧਰ ਆਏਗੀ, 16 ਫੁੱਟ ਇੱਧਰ ਆਏਗੀ, ਤੁਹਾਡਾ ਜਿਹੜਾ ਵਿੱਚ ਵਾਲਾ ਹਿੱਸਾ ਨਾ ਸਾਰਾ ਬਚਿਆ ਰਹੇਗਾ। ਈਸਟ ਵੈਸਟ ਸ਼ੈੱਡ ਬਣਾਉਣਾ ਚਾਹੀਦਾ, ਉਹਦੇ 'ਚ ਜਾਨਵਰ ਕੰਫਰਟੇਬਲ ਰਹਿੰਦਾ। ਹੁਣ ਇਹਨੂੰ ਐਕਸਟੈਂਡ ਕਰਨਾ ਠੀਕ ਹੈ ਫਿਰ ਇਸੇ ਨੂੰ ਹੀ? ਹਾਂਜੀ, ਇਹਨੂੰ ਹੀ ਐਕਸਟੈਂਡ ਕਰੋ। ਇਹ ਤੁਹਾਡੀ ਛੱਤ ਹੈ ਤਕਰੀਬਨ 12 ਫੁੱਟ ਤੇ, ਇਹਦੇ ਅੱਗੇ ਤੁਸੀਂ 3 ਛੱਤਾਂ ਵਾਲਾ ਸ਼ੈੱਡ ਬਣਾਓ, ਜਿਹੜਾ ਇਸ ਟਾਈਮ ਸਟੈਂਡਰਡ ਹੈ ਪੂਰੀ ਦੁਨੀਆ ਤੇ। ਹੁਣ ਤੇ ਸ਼ੈੱਡ ਚੱਲ ਰਿਹਾ ਵਾ 7 ਛੱਤਾਂ ਵਾਲਾ, ਅਸੀਂ ਚੁੱਕੇ ਇਹਨੂੰ 3 ਵਾਲਾ ਬਣਾ ਸਕਦੇ ਹਾਂ। ਇਹਦੇ ਵਿੱਚ ਜਿਹੜੀ ਅਗਲੀ ਛੱਤ ਹੈ ਤੁਹਾਡੀ 2.5 ਫੁੱਟ ਉੱਚੀ ਹੋਵੇ, ਜਿਹੜੀ ਉਸ ਤੋਂ ਬਾਅਦ ਤੀਸਰੀ ਛੱਤ ਆਣੀ ਹੈ ਉਹ ਤੁਹਾਡੀ ਇਹਦੇ ਬਰਾਬਰ ਆ ਜਾਏ। ਇੱਕ ਹੁੰਦਾ ਫੀਡਿੰਗ ਏਰੀਆ, ਫੀਡਿੰਗ ਏਰੀਆ ਦੀ ਛੱਤ ਹਮੇਸ਼ਾ ਉੱਚੀ ਰੱਖੀ ਦੀ ਹੈ ਤਾਂ ਕਿ ਹਵਾ ਦੀ ਕ੍ਰਾਸਿੰਗ ਹੋਵੇ। ਹਵਾ ਜ਼ਮੀਨ ਤੇ ਮਹਿਸੂਸ ਨਹੀਂ ਹੁੰਦੀ, ਲੇਕਿਨ ਤੁਸੀਂ ਅਗਰ ਛੱਤ ਤੇ ਸੌ ਜਾਂਦੇ ਹੋ ਨਾ ਜਾਂ ਛੱਤ ਤੇ ਬੈਠਦੇ ਹੋ ਤੇ ਤੁਹਾਨੂੰ ਹਵਾ ਮਹਿਸੂਸ ਹੋਏਗੀ। ਹਵਾ ਉਸ ਟਾਈਮ ਚੱਲ ਰਹੀ ਹੁੰਦੀ ਉੱਪਰ। ਜਦੋਂ ਤੁਹਾਡੇ ਸ਼ੈੱਡ ਦਾ ਡਿਜ਼ਾਈਨ ਇਸ ਤਰ੍ਹਾਂ ਦਾ ਹੋਏਗਾ, ਉੱਥੋਂ ਦੀ ਹਵਾ ਕ੍ਰਾਸ ਹੋਏਗੀ, ਜਾਨਵਰ ਦੇ ਮੂੰਹ ਦੇ ਜ਼ਰੀਏ ਹਵਾ ਲੱਗੇਗੀ, ਜਾਨਵਰ ਸਕੂਨ 'ਚ ਹੋ ਜਾਏਗਾ। ਇਸ ਕਰਕੇ 3 ਛੱਡਾਂ ਵਾਲਾ ਸ਼ੈੱਡ ਜਿਹੜਾ ਨਾ ਉਹ ਜਾਨਵਰ ਵਾਸਤੇ ਜ਼ਿਆਦਾ ਫਾਇਦੇਮੰਦ ਹੈ।